पंजाब दे 5 ਵਾਰ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਬਿਆਨ ਸੁਣਨ ਨੂੰ ਲੋਕ ਕਿਤੇ ਨਾ ਕਿਤੇ ਇੱਕ ਤਰੀਕੇ ਦੇ ਨਾਲ ਤਰਸ ਜਾਂਦੇ ਨੇ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਹੁਣ ਮੀਡੀਆ ਦੇ ਸਨਮੁਖ ਵੀ ਬਹੁਤ ਘੱਟ ਹੁੰਦੇ ਨੇ, ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪਾਰਟੀ ਦੀ ਕਮਾਨ ਸਾਂਭੀ ਹੋਈ ਹੈ। ਪਰ ਇਸ ਵੇਲੇ ਐਮਰਜੈਂਸੀ ਦੀ ਵਰ੍ਹੇਗੰਢ ਮੌਕੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਇੱਕ ਵੱਡਾ ਬਿਆਨ ਆਉਂਦਾ ਹੈ, ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਐਮਰਜੈਂਸੀ ਵਰਗੇ ਹਾਲਾਤ ਹੈ ਜਿਹੜੇ ਇੱਕ ਵਾਰ ਫੇਰ ਵੀ ਬਣ ਸਕਦੇ ਆ। ਇਸ ਪੂਰੇ ਬਿਆਨ ਦਾ ਮਤਲਬ ਕੀ ਹੈ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸੋਚ ਕੀ ਹੋ ਸਕਦੀ ਹੈ, ਕਿਉਂ ਅਜਿਹਾ ਬਿਆਨ ਦਿੱਤਾ, ਇਸ ਤੇ ਨਜ਼ਰਸਾਨੀ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਸਿਆਸੀ ਮਾਹਿਰ ਤੇ ਸਿੱਖ ਵਿਸ਼ਿਆਂ ਦੇ ਮਾਹਿਰ ਵੀ ਚਲੰਤ ਮੁੱਦਿਆਂ ਤੇ ਨਜ਼ਰਸਾਨੀ ਕਰਨ ਵਾਲੇ ਪ੍ਰੋਫੈਸਰ ਮਨਜੀਤ ਸਿੰਘ ਹੈਗੇ ਆ। ਸਰ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਰਵੀ। ਸਰ, ਕੀ ਮਾਇਨੇ ਸਮਝਦੇ ਹੋ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਿਹੜੀ ਐਮਰਜੈਂਸੀ ਦੀ ਵਰ੍ਹੇਗੰਢ ਤੇ ਅਜਿਹਾ ਬਿਆਨ ਦੇਣਾ ਕਿ ਜਿਹੜੀ ਧਰਮ ਨਿਰਪੱਖ ਲੋਕਤੰਤਰ ਹੈ ਉਹਦੀ ਜਿਹੜੀ ਹੈਗੀ ਆ ਉਹ ਵੀ ਰੱਖਿਆ ਜ਼ਰੂਰੀ ਹੈ, ਜਿਵੇਂ ਦੇ ਸਾਡੇ ਬਾਰਡਰਾਂ ਦੀ ਰੱਖਿਆ ਉਵੇਂ ਇਹਨਾਂ ਦੀ ਰੱਖਿਆ ਵੀ ਜ਼ਰੂਰੀ ਹੈ, ਐਮਰਜੈਂਸੀ ਵਰਗੇ ਹਾਲਾਤ ਦੁਬਾਰਾ ਹੋ ਸਕਦੇ ਆ, ਕਿਵੇਂ ਦੇਖਦੇ ਹੋ ਬਿਆਨ? ਦੇਖੋ, ਇਹ ਤੇ ਮੈਨੂੰ ਲੱਗਦਾ ਕਿ ਸਾਰੀ ਅਕਾਲੀ ਪਾਰਟੀ ਨੂੰ ਤੇ ਉਹਨਾਂ ਦੇ ਜਿਹੜੇ ਲੜਕੇ ਹੈਗੇ ਸੁਖਬੀਰ ਸਿੰਘ ਬਾਦਲ ਨੂੰ ਵੀ ਇਸ ਬਿਆਨ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਆ। ਰਾਜਨੀਤਿਕ ਹਲਕਿਆਂ 'ਚ ਮੈਂ ਇਹਨੂੰ ਇੱਕ ਵੱਡਾ ਬੰਬਸ਼ੈਲ ਮੰਨਦਾ ਹਾਂ। ਜਿਸ ਪੋਜੀਸ਼ਨ 'ਚ ਅੱਜ ਅਕਾਲੀ ਦਲ ਵਿਜ਼ੇ NDA ਉਹਦਾ ਹਿੱਸਾਦਾਰ ਬਣ ਕੇ BJP ਦੇ ਨਾਲ ਮੋਢਾ ਜੋੜ ਕੇ ਖੜਾ, ਉਸ ਪੈਡੈਸਟਲ ਤੋਂ, ਉਸ ਪੋਜੀਸ਼ਨ ਤੋਂ ਇਹ ਬਿਆਨ ਦੇਣਾ ਕਿ ਇਹ ਮਤ ਸਮਝੋ ਕਿ ਜੇ ਇੰਦਰਾ ਗਾਂਧੀ ਸਾਰੇ ਲੋਕਾਂ ਦੇ ਹੱਕ ਹਕੂਕ ਨੂੰ ਸਿੱਕੇ ਟੰਗ ਕੇ ਇੱਕ ਐਮਰਜੈਂਸੀ ਲਿਆ ਸਕਦੀ ਸੀ, ਜਿਸ 'ਚ ਤੁਸੀਂ ਕੋਈ ਮੁਜ਼ਾਹਰਾ ਨਹੀਂ ਸੀ ਕਰ ਸਕਦੇ, ਕੁਛ ਨਹੀਂ, ਤੁਹਾਡੇ ਸਾਰੇ ਰਾਜਨੀਤਿਕ ਹੱਕ ਹਕੂਕ ਸਸਪੈਂਡ ਕਰਤੇ ਗਏ ਸੀ, ਇੱਕ ਕਿਸਮ ਦੀ ਡਿਕਟੇਟਰਸ਼ਿਪ ਪੂਰੀ ਲਾਗੂ ਹੋ ਗਈ ਸੀ, ਤੇ ਇਹ ਨਾ ਤੁਸੀਂ ਸਮਝੋ ਕਿ ਉਹ ਦੁਬਾਰਾ ਨਹੀਂ ਹੋ ਸਕਦੀ। ਇਹ ਉਸ ਐਮਰਜੈਂਸੀ ਨੂੰ ਯਾਦ ਕਰਦੇ ਹਾਂ, ਉਹਨਾਂ ਦੀ 45ਵੀਂ ਵਰ੍ਹੇਗੰਢ ਦੇ ਉੱਤੇ ਇਹ ਉਹਨਾਂ ਨੇ ਬਿਆਨ ਦਿੱਤਾ। ਦੂਜਾ ਕਿ ਇਹ ਵੀ ਵਾਰਨਿੰਗ ਦਿੱਤੀ ਕਿ ਘੱਟ ਗਿਣਤੀਆਂ ਦੇ ਉੱਤੇ ਤੁਸੀਂ ਬਹੁਤਾ ਦਬਦਬਾ ਪਾ ਕੇ ਆਪਣੀ ਬਹੁ ਗਿਣਤੀ ਦੇ ਰਾਜ ਨੂੰ ਲਿਆਉਣ ਲਈ ਇਹ ਆਪਣੀਆਂ ਨਵੇਂ ਯਤਨਾਂ ਨੂੰ ਉਸ ਕਿਸਮ ਦਾ ਓਪਨਲੀ ਨਾ ਲੈ ਕੇ ਆਓ। ਸੈਕੂਲਰਿਜ਼ਮ, ਜਿਹੜਾ ਧਰਮ ਨਿਰਪੱਖਤਾ, ਜਿਹੜਾ ਸਾਡੇ ਕਨਸਟੀਟਿਊਸ਼ਨਲ ਰਾਈਟ ਵੀ ਆ ਔਰ ਸਾਡੇ ਦੇਸ਼ ਦੇ ਅੰਦਰ ਘੱਟ ਗਿਣਤੀਆਂ ਲਈ ਉਹਦੀ ਬਹੁਤ ਹੀ ਅਹਿਮੀਅਤ ਵੀ ਹੈਗੀ, ਉਸ ਨੂੰ ਯਾਦ ਕਰਾਉਂਦਿਆਂ ਹੋਇਆਂ ਉਹਨਾਂ ਨੇ ਦਿੱਲੀ ਵਾਲਿਆਂ ਨੂੰ ਇਹ ਵਾਰਨਿੰਗ ਦਿੱਤੀ ਹੈ ਕਿ ਦੇਖੋ, ਅਸੀਂ ਘੱਟ ਗਿਣਤੀ ਹੈਗੇ ਹਾਂ ਔਰ ਇਸ ਕਰਕੇ ਧਰਮ ਨਿਰਪੱਖਤਾ ਇੱਥੇ ਹੀ ਹੋ ਸਕਦੀ ਹੈ। ਜਿਹੜੀ ਬਾਰ-ਬਾਰ ਤੁਸੀਂ ਚਿੰਜੜੀ ਛੇੜਦੇ ਆ ਕਿ ਨਾਗਪੁਰ ਤੋਂ ਲਿਆ ਕੇ ਇਸ ਗੱਲ ਨੂੰ ਕਿ ਇੱਥੇ ਹਿੰਦੂ ਰਾਸ਼ਟਰ ਹੋਊਗਾ ਅਤੇ ਕਦੀ ਨਾ ਕਦੀ ਲਾਲ ਕਿਲ੍ਹੇ ਦੇ ਉੱਤੇ ਭਖਵਾਂ ਝੁੱਲਣਾ ਚਾਹੀਦਾ, ਇਹ ਜਿਹੜੀ ਮਨਸ਼ਾ ਆ ਭਾਵੇਂ ਤੁਸੀਂ ਜ਼ਾਹਰ ਕਰੋ ਜਾਂ ਨਾ ਕਰੋ, ਪਰ ਉਹ ਦਿਖਦੀ ਆ ਬਾਰ-ਬਾਰ ਤੁਹਾਡੀਆਂ ਕਾਰਵਾਈਆਂ ਤੋਂ, ਉਹ ਸਾਨੂੰ ਮਨਜ਼ੂਰ ਨਹੀਂ। ਯਾਨੀ ਦੋ ਕਿਸਮ ਦੇ ਲੋਕਾਂ ਦੇ ਹੱਕ ਹਕੂਕ, ਇੱਕ ਜਿਹੜੇ ਧਾਰਮਿਕ ਹੱਕ ਹਕੂਕ, ਉਹ ਅਸੀਂ ਜੇ ਉਹਨੂੰ ਇਨਫਰਿੰਜ ਕਰੋਗੇ, ਜੇ ਉਹਦੇ 'ਤੇ ਹਮਲਾ ਕਰੋਗੇ ਜਾਂ ਉਸ ਨੂੰ ਠੇਸ ਪਹੁੰਚਾਓਗੇ ਜਾਂ ਅੱਖੋਂ ਪਰੋਖੇ ਕਰੋਗੇ ਤਾਂ ਉਹ ਸਾਨੂੰ ਮਨਜ਼ੂਰ ਨਹੀਂ। ਔਰ ਦੂਸਰਾ, ਦੇਸ਼ ਦੇ ਅੰਦਰ ਲੋਕਤੰਤਰ, ਲੋਕਾਂ ਦੇ ਜਿਹੜੀਆਂ ਸਿਵਲ ਲਿਬਰਟੀਜ਼ ਅਸੀਂ ਕਹਿੰਦੇ ਹਾਂ, ਜੇ ਉਸ ਨੂੰ ਸਸਪੈਂਡ ਕਰੋਗੇ ਔਰ ਕੋਈ ਡਿਕਟੇਟਰਸ਼ਿਪ ਜਾਂ ਨਵਾਂ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗੌਰਮੈਂਟ ਲਿਆਉਣ ਦੀ ਕੋਈ ਇਹੋ ਜਿਹੀ ਕੋਸ਼ਿਸ਼ ਕਰੋ, ਕਿਉਂਕਿ ਵਿੱਚ BJP ਵਾਲੇ ਕਹਿੰਦੇ ਆ ਨਾ, ਅਸੀਂ ਤਾਂ 2050 ਤੱਕ ਨਹੀਂ ਹਿਲਦੇ ਜੀ, ਅਸੀਂ ਤਾਂ 2030 ਤੱਕ ਨਹੀਂ ਹਿਲਦੇ ਜੀ, ਸਾਡਾ ਤਾਂ ਹੁਣ ਪੱਕਾ ਰਾਜ। ਇਹ ਬਹੁਤ ਹੀ ਖਤਰਨਾਕ ਗੱਲਾਂ ਹੁੰਦੀਆਂ ਔਰ ਇਹ ਲੋਕਾਂ ਦੀ ਇਹਦੇ ਨਾਲੋਂ ਵੱਡੀ ਕੋਈ ਹੋਰ ਵੋਟਰਾਂ ਦੀ ਬੇਇੱਜ਼ਤੀ ਨਹੀਂ ਹੋ ਸਕਦੀ। ਬਿਨਾਂ ਵੋਟ ਲਿਆ, ਬਿਨਾਂ ਵੋਟ ਪਾਇਆ ਅਜੇ ਉਹਨਾਂ ਦੇ ਬਿਹਾਫ ਦੇ ਉੱਤੇ ਆਪ ਹੀ ਕਹੀ ਜਾਣ ਕਿ ਸਾਡੇ ਨਾਲੋਂ ਵੱਡਾ ਕੋਈ ਗਵਰਨੈਂਸ ਦਾ ਮਾਹਰ ਨਹੀਂ ਆ, ਇਸ ਕਰਕੇ ਅਸੀਂ ਪੈਰ ਜਮਾ ਕੇ ਰੱਖਾਂਗੇ। ਇਹਦਾ ਮਤਲਬ ਕਿ ਜੇ ਲੋਕ ਨਹੀਂ ਵੀ ਜਾਣਗੇ ਤਾਂ ਅਸੀਂ ਕਿਸੇ ਨਾ ਕਿਸੇ, ਭਾਵੇਂ ਆਰਮੀ ਦੇ ਬਲਬੂਤੇ ਜਾਂ ਕਿਸੇ ਹੋਰ ਸ਼ਕਤੀਆਂ ਦੇ ਜਾਂ ਵਿਦੇਸ਼ੀ ਸ਼ਕਤੀਆਂ ਦੇ ਬਲਬੂਤੇ, ਅਸੀਂ ਸੱਤਾ 'ਤੇ ਕਾਬਜ ਰਹਾਂਗੇ। ਇਸ ਕਿਸਮ ਦੀਆਂ ਇੰਡੀਕੇਸ਼ਨਾਂ ਦਿੱਤੀਆਂ ਜਾਂਦੀਆਂ, ਉਹਦੇ ਅਗੇਂਸਟ ਦੋ ਨਾਲੀ ਦਾ ਫਾਇਰ ਦਿੱਲੀ ਵੱਲ ਨੂੰ ਜ਼ਰੂਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ। ਮੈਂ ਇਸ ਗੱਲੋਂ ਜਿੱਥੇ ਇੱਕ ਲੈਵਲ 'ਤੇ ਖੁਸ਼ ਹਾਂ ਕਿ ਅਕਾਲੀ ਦਲ ਵੱਲੋਂ ਪਹਿਲੀ ਵਾਰ ਐਡੀ ਦੇਰ ਬਾਅਦ, ਜਿਵੇਂ ਤੁਸੀਂ ਵੀ ਕਿਹਾ, ਇੱਕ ਚੰਗਾ ਜਿਹਦੇ ਵਿੱਚ ਪੰਜਾਬੀ ਸਾਰਿਆਂ ਨੂੰ ਇੱਕ ਮਾਣ ਮਹਿਸੂਸ ਹੁੰਦਾ ਉਹ ਬਿਆਨ ਦਿੱਤਾ ਆ, ਜਿੱਥੇ BJP ਤੇ NDA ਇਸ ਗੱਲ ਨੂੰ ਮੇਰਾ ਖਿਆਲ ਪੂਰੀ ਅਹਿਮੀਅਤ ਦੇਣਗੇ। ਉਹਦੇ ਨਾਲੋਂ ਵੱਧ ਅਕਾਲੀ ਦਲ ਦੀ ਅੱਜ ਦੀ ਮੌਜੂਦਾ ਲੀਡਰਸ਼ਿਪ ਨੂੰ ਇਸ ਬਿਆਨ ਤੋਂ ਸਿੱਖਣ ਦੀ ਲੋੜ ਆ ਔਰ ਉਸ ਦੀ ਸੇਧ ਵਿੱਚ ਰਾਜਨੀਤਿਕ ਜਿਹੜੀ ਰਾਜਨੀਤੀ ਉਹਨਾਂ ਨੇ ਕਰ ਰਹੇ ਆ ਅਕਾਲੀ ਦਲ, ਉਸ ਦੀ ਸੇਧ ਵਿੱਚ ਅੱਗੇ ਤੁਰਨ ਦੀ ਲੋੜ ਆ। ਨਹੀਂ ਤਾਂ ਕੀ ਹੋਊਗਾ, ਮੈਂ ਲਾਸਟ ਗੱਲ ਜਿਹੜੀ ਕਹਿਣੀ ਚਾਹੁੰਦਾ, ਜਿਵੇਂ ਦੁਬਿਧਾ
ਲਗਾਤਾਰ ਇਹਨਾਂ ਦੀ ਪਿਛਲੇ 1 ਸਾਲ ਤੋਂ ਤੁਹਾਨੂੰ ਦੇਖਣ ਨੂੰ ਮਿਲ ਰਹੀ ਆ। ਜੰਮੂ ਕਸ਼ਮੀਰ ਦੀ ਧਾਰਾ 370 ਤੇ ਦੁਬਿਧਾ, ਅਸੀਂ ਹੈਗੇ ਵੀ ਆ ਨਹੀਂ ਵੀ ਆ। ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਸਾਰਾ ਦੇਸ਼ ਘੱਟ ਗਿਣਤੀਆਂ ਸੜਕਾਂ ਦੇ ਉੱਤੇ ਆ, ਇਹ ਕਿਤੇ ਦਿਖੇ ਨਹੀਂ। ਇਹ ਘੱਟ ਗਿਣਤੀ ਨਹੀਂ, ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਘੱਟ ਗਿਣਤੀਆਂ ਦੀ ਇੱਕ ਵਾਰੀ ਤਾਂ ਘੱਟੋ ਘੱਟ ਫਿਰ ਡਟ ਕੇ ਸਪੋਰਟ ਕਰੇ ਦਿੱਤੀ ਨਾ। ਇਸ ਕਰਕੇ ਉਹਨਾਂ ਤੋਂ ਸਿੱਖਣ ਦੀ ਲੋੜ ਆ। ਤੀਜੀ ਦੁਬਿਧਾ ਆ ਸੈਂਟਰਲ ਜਿਹੜੇ ਹੁਣ ਆਰਡੀਨੈਂਸ ਆਏ ਆ ਫਿਰ ਪੰਗਾ ਪੈ ਗਿਆ ਵਿੱਚ। ਹਾਂ ਵੀ ਘਰ ਆਏ ਕਿ ਅਸੀਂ ਜਾਵਾਂਗੇ, ਪਰ ਸਾਨੂੰ ਇਹਦਾ ਕੋਈ ਕਹਿੰਦੇ ਨੁਕਸ ਨਹੀਂ ਲੱਗਦਾ, ਸਾਨੂੰ ਤੇ ਠੀਕ ਲੱਗਦੇ ਬਿਲਕੁਲ। ਜੇ ਤੁਹਾਨੂੰ ਕੋਈ ਕਲੈਰੀਫਿਕੇਸ਼ਨ ਚਾਹੀਦੀ ਹੈ, ਨਾਲ ਜਾ ਕੇ ਅਸੀਂ ਮੋਦੀ ਕੋਲੋਂ ਤੁਹਾਨੂੰ ਕਲੈਰੀਫਿਕੇਸ਼ਨ ਦਵਾ ਆਉਂਦੇ ਆ ਉਂਗਲ ਫੜ ਕੇ। ਅਮਰਿੰਦਰ ਜੀ ਨੂੰ ਇਹ ਕਹਿ ਰਹੇ ਆ, ਉਹ ਕਹਿੰਦੇ ਆ ਵੀ ਤੁਸੀਂ ਆਪਣੇ ਇਹ ਕੱਲ ਰੱਖੋ, ਤੁਸੀਂ ਸਾਨੂੰ ਸਾਫ਼-ਸਾਫ਼ ਦੱਸੋ ਕਿ ਤੁਸੀਂ ਸਾਡੇ ਨਾਲ ਆ ਜਾਂ ਸਾਡੇ ਵਿਰੋਧ ਆ, ਤੁਸੀਂ ਲਿਮਟਿਡ ਨਾਲ ਆ, ਜੋ ਵੀ ਕਹਿਣਾ ਸਾਫ਼-ਸਾਫ਼ ਸਾਨੂੰ ਲਿਖਤੀ ਤੌਰ ਤੇ ਦੱਸ ਦਿਓ। ਸਭ ਤੋਂ ਹਾਸੇ ਵਾਲੀ ਗੱਲ ਜਿਹੜੀ ਪ੍ਰਕਾਸ਼ ਸਿੰਘ ਬਾਦਲ ਨੇ ਕਹੀ ਆ ਤੇ ਸੁਖਬੀਰ ਸਿੰਘ ਬਾਦਲ ਦੇ ਤੁਸੀਂ ਉਹਨਾਂ ਦੇ ਬਿਆਨਾਂ ਦੇ ਵਿੱਚ ਫਰਕ ਸਮਝੋ। ਉਹ ਕਹਿੰਦੇ ਆ ਜੀ ਜਿਹੜੇ ਫੈਡਰਲ ਢਾਂਚਾ ਆ ਜਾਂ ਜਿਹੜੇ ਆਟੋਨਮੀ ਜਿਹੜੀ ਸੂਬਿਆਂ ਦੀ ਹੈਗੀ ਆ, ਉਹਦੇ ਤੇ ਕਿਸੇ ਕਿਸਮ ਦਾ ਹਮਲਾ ਨਹੀਂ ਹੈ। ਜੇ ਤੁਹਾਨੂੰ ਲੱਗਦਾ ਹਮਲਾ ਤੇ ਸਾਨੂੰ ਵਕੀਲਾਂ ਨਾਲ ਗੱਲ ਕਰ ਆਉਣ ਦਿਓ। ਦੱਸੋ ਇੰਨੇ ਦਿਨ ਦੇ ਆਰਡੀਨੈਂਸ ਆਏ ਆ, ਸਾਰੀ ਦੁਨੀਆ ਉਹਨਾਂ ਤੇ ਚਰਚਾ ਕਰ ਚੁੱਕੀ ਆ, ਤੁਸੀਂ ਅਜੇ ਵਕੀਲਾਂ ਨਾਲ ਨਹੀਂ ਗੱਲ ਕੀਤੀ ਹੋਈ ਆ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਟਿੰਡ 'ਚ ਕਾਨਾ ਪਾ ਕੇ ਵਿੰਗੇ ਟੇਢੇ ਢੰਗ ਨਾਲ ਬੀਜੇਪੀ ਦੇ ਨਾਲ ਸੱਤਾ ਦੇ ਭਾਈਵਾਲ ਰਹਿਣਾ ਚਾਹੁੰਦੇ ਆ। ਲਸਟ ਫਾਰ ਪਾਵਰ ਆ, ਹੋਰ ਇਹਦੇ ਇਲਾਵਾ ਕੁਛ ਨਹੀਂ। ਇਹਦੇ ਤੋਂ ਦੂਰ ਜਾ ਕੇ ਇਹਦੇ ਉਲਟ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਹੀਂ, ਫੈਡਰਲ ਢਾਂਚੇ ਨੂੰ ਕਮਜ਼ੋਰ ਕੀਤਾ ਜਾ ਰਿਹਾ, ਇਸ ਨੂੰ ਇਸ ਵੇਲੇ ਚੁਣੌਤੀਆਂ ਦਰਪੇਸ਼ ਹੈਗੀਆਂ ਆ। ਔਰ ਜੇ ਕੋਈ ਇਹੋ ਜਿਹਾ ਹੋਰ ਦਬਾਅ ਸੂਬਿਆਂ ਦੇ ਹੱਕ ਹਕੂਕ ਖੋਹਣ ਲਈ ਪਾਇਆ ਜਾਊਗਾ, ਜਿਸ ਤਰ੍ਹਾਂ ਕਿ ਐਗਰੀਕਲਚਰ ਸਟੇਟ ਸਬਜੈਕਟ ਹੈ, ਤੁਸੀਂ ਸੈਂਟਰ ਵਾਲੇ ਮਾਮੇ ਹੁੰਦੇ ਆ, ਤੁਸੀਂ ਜਾ ਕੇ ਉੱਥੇ ਆਪਣੇ ਰੈਜ਼ੋਲੂਸ਼ਨ ਇਹੋ ਜਿਹੇ ਲੈ ਕੇ ਆ ਰਹੇ ਆ, ਤੁਸੀਂ ਇਹੋ ਜਿਹੇ ਆਰਡੀਨੈਂਸ ਲੈ ਕੇ ਆ ਰਹੇ। ਔਰ ਇੱਥੋਂ ਤੱਕ ਜਿਹੜੇ ਬਿੱਲ ਬਣੂਗਾ ਤੇ ਰੂਲਸ ਕੀ ਹੋਣਗੇ ਉਹ ਵੀ ਸੈਂਟਰ ਬਣਾਊਗਾ। ਇਹਦਾ ਮਤਲਬ ਅਸੀਂ ਇੱਥੇ ਡੰਡੇ ਵਜਾਉਣੇ ਬੈਠ ਕੇ ਸੂਬਿਆਂ ਦੇ ਅੰਦਰ, ਸਾਡੇ ਕੋਲ ਕੀ ਹੱਕ ਹਕੂਕ ਰਿਹਾ। ਔਰ ਇਹ ਕੀ ਫੈਡਰਲ ਢਾਂਚੇ ਦੇ ਉੱਤੇ ਹਮਲਾ ਨਹੀਂ ਹੈ। ਜੇ ਮੈਨੂੰ ਦਿਖਦਾ, ਤੁਹਾਨੂੰ ਦਿਖਦਾ, ਸੁਖਬੀਰ ਸਿੰਘ ਬਾਦਲ ਨੂੰ ਕਿਉਂ ਨਹੀਂ ਦਿਖਦਾ? ਇੱਥੇ ਇੱਕ ਸਵਾਲ ਬਹੁਤ ਵੱਡਾ ਪੈਦਾ ਹੁੰਦਾ ਹੈ ਕਿ ਜਿੱਥੇ ਪ੍ਰਕਾਸ਼ ਸਿੰਘ ਬਾਦਲ ਹੋਰੀ ਪੁਰਾਣੇ ਸਿਆਸਤਦਾਨ ਹੈ, ਉਹਨਾਂ ਨੂੰ ਦਰਵੇਸ਼ ਸਿਆਸਤਦਾਨ ਵੀ ਕਿਹਾ ਜਾਂਦਾ ਹੈ, ਉਹਨਾਂ ਦੇ ਵੱਲੋਂ ਇਹ ਚੀਜ਼ ਮਹਿਸੂਸ ਕਰ ਲੈਣੀ ਔਰ ਐਡਾ ਵੱਡਾ ਬਿਆਨ ਵੀ ਦੇ ਦੇਣਾ, ਔਰ ਆਪਣੇ ਜਿਹੜਾ ਅਸਲ ਦੇ ਵਿੱਚ ਅਕਾਲੀ ਦਲ ਹੈ ਉਹਦਾ ਇੱਕ ਰੰਗ ਦਿਖਾਉਣਾ ਕਿ ਅਸਲ ਵਿੱਚ ਅਕਾਲੀ ਦਲ ਉਹੀ ਹੈ ਜਿਹੜਾ ਐਮਰਜੈਂਸੀ ਦੇ ਖਿਲਾਫ ਅੱਜ ਵੀ ਖੜਾ ਹੋ ਸਕਦਾ ਹੈ। ਫਿਰ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਇਸ ਤਰ੍ਹਾਂ ਡਿਪਲੋਮੈਟਿਕ ਹੋਣਾ, ਉਹਨਾਂ ਦੇ ਮਤਲਬ ਦੁਵਿਧਾ ਦੇ ਵਿੱਚ ਪੈ ਜਾਣਾ, ਕਿਤੇ ਐਂ ਤਾਂ ਨਹੀਂ ਜਿਹੜਾ ਪ੍ਰਕਾਸ਼ ਸਿੰਘ ਬਾਦਲ ਆਪਣੀ ਸਰਕਾਰ ਵੇਲੇ ਵੀ ਕਹਿੰਦੇ ਹੁੰਦੇ ਸੀ ਕਿ ਭਾਈ ਮੈਂ ਤਾਂ ਕਰਦਿਆਂ ਮੇਰਾ ਮੁੰਡਾ ਨਹੀਂ ਮੰਨਦਾ, ਹੁਣ ਮੁੰਡਾ ਕਿਤੇ ਆਸੇ-ਪਾਸੇ ਤਾਂ ਨਹੀਂ ਹੋਣ ਲੱਗਾ ਉਹਨਾਂ? ਦੇਖੋ, ਉਹਨਾਂ ਨੇ ਆਪਣਾ ਰਿਕਾਰਡ ਕਲੀਨ ਰੱਖਿਆ। ਆਖਰੀ ਉਮਰ 'ਚ ਆ, ਕਿਸੇ ਨੇ ਇੱਥੇ ਹੋਰ 200 ਸਾਲ ਤੇ ਰਹਿਣਾ ਨਹੀਂ ਹੈ। ਉਮਰ ਤੇ ਸਾਰਿਆਂ ਦੀ ਰੱਬ ਨੇ ਜਿੰਨੀ ਲਿਖੀ ਓਨੀ ਹੈ। ਰੱਬ ਲੰਬੀ ਉਮਰ ਕਰੇ ਹੈ, ਰੱਬ ਤੋਂ ਡਰ ਕੇ ਕਹਿੰਦੇ ਆ। ਪਰ ਉਹਨਾਂ ਨੇ ਆਪਣੀ ਸਲੇਟ ਕਲੀਨ ਕਰ ਲਈ ਕਿ ਦੇਖੋ ਮੈਂ ਉੱਥੇ ਹੀ ਖੜਾ ਜਿੱਥੇ ਸੀਗਾ। ਜੇ ਇਹ ਪਾਰਟੀ ਨਹੀਂ ਖੜੀ ਤਾਂ ਇਹ ਪਾਰਟੀ ਨੂੰ ਪੁੱਛੋ, ਪਾਰਟੀ ਦੇ ਪ੍ਰਧਾਨ ਨੂੰ ਪੁੱਛੋ। ਦੂਸਰਾ, ਜਿਹੜੇ 24 ਘੰਟੇ ਜ਼ਿਆਦਾ ਤਤਪਰ ਇਹਨਾਂ ਦੇ ਪਾਰਟੀ ਦੇ ਰਿਸ਼ਤੇਦਾਰ ਜਿਹੜੇ ਪਰਿਵਾਰ ਦੇ ਹੈਗੇ ਆ, ਉਹ ਖਿੱਚ ਕੇ ਭਕਵੇਂ ਪਾਸੇ ਲਿਜਾ ਰਹੇ ਆ। ਉਹਨਾਂ ਤੋਂ ਵੀ ਇੱਕ ਸੁਖਬੀਰ ਨੂੰ ਥੋੜ੍ਹਾ ਜਿਹਾ ਮੈਸੇਜ ਹੈ ਕਿ ਤਕੜਾ ਹੋ, ਯਾਦ ਕਰ ਅਕਾਲੀ ਦਲ ਦਾ ਵਿਰਸਾ, ਇੰਨਾਂ ਲੜਾਈਆਂ, ਇੰਨੀਆਂ ਰਾਜਨੀਤਿਕ ਬੁਨਿਆਦਾਂ ਦੇ ਉੱਤੇ ਖੜਾ। ਤੂੰ ਬਹੁਤਾ ਨਾ ਦਿੱਲੀ ਵੱਲ ਨੂੰ ਖਿੱਚ ਕੇ ਗੱਡੀ ਨੂੰ ਲਈ ਚੱਲ। ਜੇ ਤੁਸੀਂ ਅਕਾਲੀ ਦਲ ਨੂੰ ਬਚਾਉਣਾ, ਉਹਨੂੰ ਵੀ ਇੱਕ ਕਿਸਮ ਦੀ ਤੁਸੀਂ ਸੁਜੈਸ਼ਨ ਕਹਿ ਲਓ, ਜੇ ਚੇਤਾਵਨੀ ਨਾ ਕਹੋ, ਇਨਡਾਇਰੈਕਟਲੀ ਹੈ। ਕਿਉਂਕਿ ਸਾਰੇ ਬਿਆਨ ਤੇ ਸਾਰੇ ਹੀ ਪੜ੍ਹਦੇ ਆ ਨਾ, ਉਹਦੇ ਪਰਿਵਾਰ ਦੇ ਮੈਂਬਰ ਵੀ ਪੜ੍ਹਨਗੇ, ਉਹ ਪਾਰਟੀ ਦੇ ਕੇਡਰ ਵੀ ਪੜ੍ਹਨਗੇ, ਉਹ ਵਿਰੋਧੀ ਪਾਰਟੀਆਂ ਵੀ ਪੜ੍ਹਨਗੇ, ਤੁਸੀਂ ਵੀ ਤੇ ਮੈਂ ਵੀ ਪੜ੍ਹਿਆ। ਇਸ ਕਰਕੇ ਉਹਨਾਂ ਨੂੰ ਵੀ ਮੈਸੇਜ ਹੈ ਕਿ ਸਾਡਾ ਵਿਰਸਾ ਅਕਾਲੀ ਦਲ ਦਾ ਇਹ ਆ, ਤੁਸੀਂ ਘੱਟੋ ਘੱਟ ਸੁਖਬੀਰ ਬਾਦਲ ਨੂੰ ਕਿ ਇਹਨਾਂ ਗੱਲਾਂ ਤੇ ਤੇਰਾ ਰੋਕ ਲਾਓ, ਜਿਹੜਾ 24 ਘੰਟੇ ਤੁਸੀਂ ਅਕਾਲੀ ਦਲ ਦੀ ਗੱਡੀ ਨੂੰ ਫੜ ਕੇ ਤੇ ਬੀਜੇਪੀ ਦੇ ਪਿੱਛੇ ਹਿੱਚ ਕਰੀ ਜਾਂਦੇ ਆ, ਉਹਦੇ ਪਿੱਛੇ ਜੋੜੀ ਜਾਂਦੇ ਆ ਜੀ। ਤਾਂ ਇਹਦੇ ਵਿੱਚ ਇੱਕ ਹੋਰ ਵੀ ਗੱਲ ਮਹਿਸੂਸ ਹੁੰਦੀ ਹੈ ਕਿ ਪਰਿਵਾਰਕ ਕਿਤੇ ਨਾ ਕਿਤੇ ਸਿਆਸਤ ਵੀ ਇੱਥੇ ਸਮਝ ਆਉਂਦੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਇੱਕ ਪਾਲੇ ਦੇ ਵਿੱਚ ਇੱਕ ਸਾਈਡ 'ਚ ਖੜੇ ਹੋ ਜਾਣਾ ਕਿ ਨਹੀਂ ਸਟੈਂਡ ਆ ਹੋਣਾ ਚਾਹੀਦਾ। ਉਹ 3 ਪਰਿਵਾਰਕ ਮੈਂਬਰ ਨੇ ਜਿਹੜੇ ਇੱਕ ਪਾਸੇ ਖੜੇ ਨੇ। ਆਉਣ ਵਾਲਾ ਸਮਾਂ ਕੀ ਕਹਿ ਸਕਦਾ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਜਿਸ ਤਰੀਕੇ ਦੇ ਨਾਲ ਕਹਿ ਲਓ ਕਿ ਲਾਚਾਰ ਹੋਏ, ਇੱਕ ਤਰੀਕੇ ਦੇ ਨਾਲ ਮੀਡੀਆ ਤੇ ਆ ਕੇ ਬਿਆਨ ਦਿੰਦੇ ਆ, ਪਰਿਵਾਰ ਨੂੰ ਸਮਝਾ ਨਹੀਂ ਸਕਦੇ। ਇਹ ਤੋਂ ਕੀ ਸੰਕੇਤ ਮਿਲਦੇ? ਦੇਖੋ, ਜਿਹੜਾ ਵੱਡਾ ਬੰਦਾ ਹੁੰਦਾ ਨਾ,
ਉਹਨੂੰ ਕੋਈ ਪਰਵਾਹ ਨਹੀਂ ਹੈ, ਉਹਨੂੰ ਮੀਡੀਆ ਕੀ ਕਹਿੰਦਾ ਆ, ਉਹਨੂੰ ਪਰਿਵਾਰਕ ਮੈਂਬਰ ਕੀ ਕਹਿੰਦੇ ਆ। ਮੈਂ ਮਤਲਬ ਇਸ ਗੱਲ ਤੇ ਬਹੁਤ ਹੀ ਦਿਲੋਂ ਮੈਨੂੰ ਖੁਸ਼ੀ ਮਹਿਸੂਸ ਹੋਈ ਆ। ਹਰ ਬੰਦੇ ਦੇ ਉੱਤੇ ਕ੍ਰਿਟਿਸਿਜ਼ਮ ਹੋਣਗੇ, ਸਾਡੇ ਉੱਤੇ ਵੀ ਹੋਣਗੇ, ਸਾਡੇ 'ਚ ਵੀ ਕਮੀਆਂ ਹੋਣਗੀਆਂ, ਪਰ ਇੱਕ ਉਸ ਪੈਡੈਸਟਲ ਤੋਂ ਜਿਸ ਦੇ ਪੈਰੀਂ ਹੱਥ ਨਰਿੰਦਰ ਮੋਦੀ ਆ ਕੇ ਲਾ ਕੇ ਜਾਂਦਾ, ਤਾਂ ਉੱਥੋਂ ਇਹ ਬਿਆਨ ਆਉਣਾ, ਇਹ ਬੜੀ ਵੱਡੀ ਗੱਲ ਹੈਗੀ ਆ। ਜਿਹੜੀ ਤੁਸੀਂ ਗੱਲ ਲੱਭ ਰਹੇ ਆ ਕਿ ਕੀ ਇਹ ਉਹਦੇ ਵਿੱਚ ਹੋਰ ਮੀਨਿੰਗ ਕੀ ਹੋਣਗੇ, ਮੈਂ ਬਹੁਤੇ ਮੀਨਿੰਗ ਨਹੀਂ ਕੱਢਣੇ ਚਾਹੁੰਦਾ। ਪਰਿਵਾਰ ਵਾਲੇ ਖੁਸ਼ ਆ, ਨਿਰਾਸ਼ ਆ, ਉਹਨਾਂ ਨੇ ਕੋਈ ਇਸ ਗੱਲ ਦੀ ਪਰਵਾਹ ਨਹੀਂ ਕੀਤੀ, ਪਰ ਆਪਣਾ ਮੈਸੇਜ, ਆਪਣਾ ਸਟੈਂਡ, ਆਪਣੀ ਸੋਚ ਤੇ ਜੋ ਪਾਰਟੀ ਦੀ ਸੋਚ ਐਜ਼ ਏ ਲੀਡਰ ਹੋਣੀ ਚਾਹੀਦੀ ਆ, ਉਹਦੇ ਬਾਰੇ ਉਹਨਾਂ ਨੇ ਕਲੀਅਰ ਮੈਸੇਜ ਦੇ ਦਿੱਤਾ। ਇੱਕ ਗੱਲ ਤੇ ਦੇਖੋ, ਪਾਰਟੀ ਦੇ ਅੰਦਰ ਵੀ ਤੇ ਜਿਹੜੇ ਇਹਨਾਂ ਦੇ ਪਰਿਵਾਰਕ ਮੈਂਬਰ ਹੈਗੇ ਆ, ਜਿਹੜੇ ਕਿ ਲੀਡਰ ਹੈਗੇ, ਸਾਰੇ ਬਿਨਾਂ ਨਾਂ ਲਿਆ ਸਾਰੇ ਜਾਣਦੇ ਕੌਣ ਕੌਣ ਹੈ, ਉਹਨਾਂ ਦੇ ਵਿੱਚ ਵੀ ਇੰਨਾ ਕਿਤੇ ਰਿਵਿਊ ਤੇ ਇੰਨਾ ਕਿਤੇ ਦੁਬਾਰਾ ਆਉਣਾ ਹੀ ਚਾਹੀਦਾ ਦਿਮਾਗ ਦੇ ਵਿੱਚ ਕਿ ਜੇ ਸਾਡੇ ਆਕਟੋਜਨੇਰੀਅਨ ਜਿਹੜੇ ਐਡੇ ਵੱਡੇ ਲੀਡਰ ਆ, ਬਜ਼ੁਰਗ ਲੀਡਰ ਆ ਔਰ ਮੰਝੇ ਹੋਏ ਲੀਡਰ ਆ, 5 ਵਾਰੀ ਚੀਫ ਮਿਨਿਸਟਰ ਰਹੇ ਆ, ਉਹਨਾਂ ਨੇ ਜੇ ਕੋਈ ਬਿਆਨ ਦਿੱਤਾ ਤੇ ਆਪਾਂ ਉਸ ਦੇ ਉੱਤੇ ਵੀ ਪੜਚੋਲ ਕਰੀਏ, ਪੜਚੋਲ ਕਰਕੇ ਉਹ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰੀਏ ਜਿਹੜਾ ਮਾਰਗ, ਜਿਹੜਾ ਰਾਜਨੀਤਿਕ ਮਾਰਗ ਸਾਡੇ ਲਈ ਉਹ ਤੈਅ ਕਰ ਗਏ ਆ। ਤੇ ਜੇ ਉਹ ਇਹ ਬਿਆਨ ਆਪਣੇ ਤੌਰ ਤੇ ਦਿੰਦੇ ਆ, ਤੁਹਾਡਾ ਮਤਲਬ ਇਹ ਵੀ ਲੱਗ ਰਿਹਾ ਕਿ ਕੀ ਉਹਨਾਂ ਦੀ ਉੱਥੇ ਹੁਣ ਪਾਰਟੀ 'ਚ ਸੁਣੀ ਨਹੀਂ ਜਾਂਦੀ ਜਾਂ ਪੁੱਛਦੇ ਨਹੀਂ। ਬਿਲਕੁਲ ਹੋਊਗਾ, ਹੋਵੇ ਜਾਂ ਨਾ ਹੋਵੇ, ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਫਰਕ ਨਹੀਂ ਪੈਂਦਾ, ਕਿਉਂਕਿ ਉਹਨਾਂ ਨੇ ਅੱਜ ਵੀ ਇਹ ਬਿਆਨ ਦੇ ਕੇ ਲੋਕਾਂ ਨੂੰ ਪਬਲਿਕਲੀ ਦੱਸਤਾ ਕਿ ਠੇਂਗੇ 'ਤੇ ਰੱਖਦੇ ਹਾਂ ਅਸੀਂ ਉਹਨਾਂ ਗੱਲਾਂ ਨੂੰ ਜਿਹੜੀ ਸੱਤਾ ਤੋਂ, ਜਿਹੜੀ ਸਾਡੇ ਹੱਕਾਂ ਦੇ ਉੱਤੇ, ਜਿਹੜੇ ਸਾਡੇ ਬੇਸਿਕ ਪੰਜਾਬੀਆਂ ਦੇ ਹੱਕ, ਸਿੱਖ ਸਮੁਦਾਇ ਦੇ ਹੱਕ, ਫੈਡਰਲ ਢਾਂਚੇ ਦੇ ਹੱਕ ਹਕੂਕ ਜਿਹੜੇ ਹੁੰਦੇ ਆ, ਉਹਦੀਆਂ ਜ਼ਰੂਰਤਾਂ ਹੁੰਦੀਆਂ, ਜਿਹੜੀਆਂ ਉਹਨਾਂ ਨੂੰ ਠੇਸ ਪਹੁੰਚਾ ਕੇ ਕੋਈ ਸੱਤਾ ਚਾਉਣਾ ਚਾਹੁੰਦੇ ਆ, ਮੈਂ ਉਹਨਾਂ ਦੇ ਬਿਲਕੁਲ ਵਿਰੋਧੀ ਹਾਂ। ਉਹਨਾਂ ਨੂੰ ਅੱਜ ਠੇਂਗਾ ਦਿਖਾਤਾ ਰਵੀ। ਸਰ, ਤੁਹਾਡਾ ਰਿਐਕਸ਼ਨ ਇੱਕ ਮੈਂ ਇਸ 'ਤੇ ਵੀ ਚਾਹੂੰਗਾ ਕਿ ਫਿਰ ਜਿਵੇਂ ਵਿਰੋਧੀ ਪਾਰਟੀਆਂ ਕਹਿੰਦੀਆਂ ਨੇ ਕਿ ਅਕਾਲੀ ਦਲ ਆਪਣੇ ਏਜੰਡੇ ਤੋਂ ਭਟਕ ਗਿਆ, ਹੁਣ ਇਸ ਬਿਆਨ ਤੋਂ ਬਾਅਦ ਤਾਂ ਇਉਂ ਲੱਗਦਾ ਕਿ ਅਕਾਲੀ ਦਲ ਨਹੀਂ ਭਟਕਿਆ, ਅਸਲ ਦੇ ਵਿੱਚ ਅਕਾਲੀ ਦਲ ਨੂੰ ਚਲਾਉਣ ਵਾਲੀ ਲੀਡਰਸ਼ਿਪ ਹੈ ਜਿਹੜੀ ਉਹ ਭਟਕ ਗਈ। ਅਕਾਲੀ ਦਲ ਦੇ ਵਿੱਚ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਰਹੇ ਆ, ਜਾਣੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸੋਚ ਹੋਈ ਹੈ, ਪਰ ਜੇ ਹੁਣ ਸੁਖਬੀਰ ਸਿੰਘ ਬਾਦਲ ਹੋਰੀ ਪ੍ਰਧਾਨ ਹੈ, ਨਾਲ ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਉਹ ਕਿਤੇ ਨਾ ਕਿਤੇ ਏਜੰਡੇ ਤੋਂ ਭਟਕੀ ਮਹਿਸੂਸ ਹੁੰਦੀ ਹੈ। ਦੇਖੋ, ਇਹ ਤੇ ਐਵੇਂ ਮਤਲਬ ਆਪਣੀਆਂ ਸ਼ਬਦਾਂ ਦਾ ਹੇਰ ਫੇਰ ਆ, ਬਿਨਾਂ ਤੁਸੀਂ ਮਾਈਨਸ ਸੁਖਬੀਰ ਸਿੰਘ ਬਾਦਲ, ਮਜੀਠੀਆ, ਹਰਸਿਮਰਤ ਕੌਰ ਬਾਦਲ ਤੇ ਭੂੰਦੜ ਜਾਂ 3-4 ਲੀਡਰ ਜਿਹੜੇ ਕਿ ਬਿਲਕੁਲ ਇਕਜੁੱਟ ਆ, ਇਹਨਾਂ ਜੋ ਅੱਜ ਹੋ ਰਿਹਾ ਉਹਦੇ ਤੇ ਬਿਲਕੁਲ ਐਨ ਡਟ ਕੇ ਖੜੇ ਆ, ਇਹਨਾਂ ਨੂੰ ਮਾਈਨਸ ਕਰ ਦਿਓ, ਅਕਾਲੀ ਦਲ ਪਿੱਛੇ ਕੀ ਹੈ? ਬਣਾ ਹੀ ਇੰਜ ਦਿੱਤਾ, ਸਾਰੀਆਂ ਪਾਰਟੀਆਂ ਦੇ ਢਾਂਚੇ ਹੀ ਇੰਜ ਬਣਾਤੇ ਆ ਕਿ 2-2 3-3 ਪਾਰਟੀਆਂ ਦੇ ਅੰਦਰ ਲਾਕੜੀ ਚੌਧਰੀ ਬਣਾਤੇ ਆ, ਉਹ ਆਪਣੀ ਜੇਬ 'ਚ ਪਾਰਟੀਆਂ ਨੂੰ ਪਾ ਕੇ ਫਿਰਦੇ ਆ। ਕਿੱਡ ਨੂੰ ਕੌਣ ਪੁੱਛਦਾ? ਜੇ ਤੁਸੀਂ ਗੱਲ ਕਰ ਰਹੇ ਆ ਪਾਰਟੀ ਦੇ ਪ੍ਰੋਗਰਾਮ ਦੀ, ਤੇ ਪਾਰਟੀ ਦੇ ਪ੍ਰੋਗਰਾਮ ਨੂੰ ਉਸ ਨੂੰ ਸਾਰਿਆਂ ਨੂੰ ਫਾਲੋ ਕਰਨਾ ਚਾਹੀਦਾ। ਉਹ ਬਿਲਕੁਲ ਉਹੀ ਪ੍ਰੋਗਰਾਮ ਹੈ ਜੋ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਬਿਆਨ ਦਿੱਤਾ। ਜੇ ਕੋਈ ਉਸ ਪ੍ਰੋਗਰਾਮ ਨੂੰ, ਆਪਣੇ ਹੀ ਪਾਰਟੀ ਦੇ ਪ੍ਰੋਗਰਾਮ ਨੂੰ ਨਹੀਂ ਮੰਨਣਾ ਚਾਹੁੰਦਾ, ਉਹਦੇ ਤੇ ਅਮਲ ਨਹੀਂ ਕਰਨਾ ਚਾਹੁੰਦਾ, ਤਾਂ ਉਹ ਅੱਜ ਵਾਲੀ ਅਕਾਲੀ ਦਲ ਦੀ ਲੀਡਰਸ਼ਿਪ ਹੈਗੀ ਆ। ਇਸ ਕਰਕੇ ਤੁਸੀਂ ਉਹਨੂੰ ਅਕਾਲੀ ਦਲ ਕਹਿ ਲਓ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਕਹਿ ਲਓ, ਇਹ ਸਾਡੇ ਸ਼ਬਦਾਂ ਦਾ ਹੇਰ ਫੇਰ ਆ। ਇਸ ਵੇਲੇ ਅਕਾਲੀ ਦਲ ਉਹੀ ਆ ਜਿਹੜੇ 4-5 ਲੀਡਰ ਆ, ਥੱਲੇ ਕਿਸੇ ਦੀ ਕੋਈ ਬਹੁਤੀ ਨਹੀਂ। ਇਹ ਜਿਹਨੂੰ ਨਾਮਜ਼ਦ ਕਰ ਦੇਣ ਉਹੋ ਹੀ SGPC 'ਚ ਲੀਡਰ ਬਣ ਜਾਣਗੇ, ਉਹੋ ਹੀ ਥੱਲੇ ਜ਼ਿਲ੍ਹਿਆਂ ਦੇ ਜਥੇਦਾਰ ਬਣ ਜਾਣਗੇ, ਉਹ ਥੱਲੇ ਤੱਕ ਬਣ ਜਾਣਗੇ। ਸੱਤਾ ਦਾ ਕੇਂਦਰੀਕਰਨ ਪਾਰਟੀਆਂ ਦੇ ਅੰਦਰ, ਉਹਨਾਂ ਦੇ ਅੰਦਰੂਨੀ ਲੋਕਤੰਤਰ ਦੀ ਕੀਮਤ ਦੇ ਉੱਤੇ ਇੰਨਾ ਜ਼ਿਆਦਾ ਹੋ ਚੁੱਕਾ ਆ ਕਿ ਉੱਥੇ ਵੀ ਰੀਸਟਰਕਚਰਿੰਗ ਦੀ ਲੋੜ ਆ। ਮੈਨੂੰ ਲੱਗਦਾ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਬਿਆਨ ਇਹਦੇ 'ਤੇ ਵੀ ਦੇ ਦੇਣਾ ਚਾਹੀਦਾ ਆ ਕਿ ਜੇ ਪਾਰਟੀਆਂ ਦੇ ਅੰਦਰ ਇੰਨੀ ਤਾਨਾਸ਼ਾਹੀ ਚੱਲ ਜੂਗੀ, ਇੰਨਾ ਸੱਤਾ ਦਾ ਕੇਂਦਰੀਕਰਨ ਹੋ ਜੂਗਾ ਕਿ 2-2 ਬੰਦੇ ਹੀ ਸਾਰੀ ਪਾਰਟੀ ਨੂੰ ਖਿੱਚੀ ਫਿਰਨਗੇ, ਜਿਵੇਂ ਵੱਡਾ ਕੋਈ ਇੰਜਣ ਹੁੰਦਾ ਆ, ਤੇ ਮੋਦੀ ਜੀ ਤੇ ਸਾਰੇ ਦੇਸ਼ ਨੂੰ ਹੀ ਖਿੱਚੀ ਫਿਰਦੇ ਆ, ਇਹ ਇਸ ਤਰ੍ਹਾਂ ਖਿੱਚੀ ਫਿਰਨਗੇ ਤਾਂ ਉਹ ਲੋਕਤੰਤਰ ਦਾ ਘਾਣ ਆ, ਉਹ ਜ਼ਿਆਦਾ ਦੇਰ ਨਹੀਂ ਚੱਲੂਗਾ। ਜੇ ਪਾਰਟੀ ਦੇ ਅੰਦਰੂਨੀ ਕੋਈ ਲੋਕਤੰਤਰ ਨਹੀਂ ਹੈਗਾ, ਆਮ ਜਨ ਸਧਾਰਨ ਮੈਂਬਰ ਦੀ ਕੋਈ ਆਵਾਜ਼ ਨਹੀਂ ਹੈਗੀ, ਤੇ ਬਾਹਰ ਜਾ ਕੇ ਜਦੋਂ ਸੱਤਾ 'ਚ ਆਉਣਗੇ ਤੇ ਉਹ ਲੋਕਤੰਤਰ ਕਿਹੋ ਜਿਹਾ ਹੋਊਗਾ, ਉੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ। ਸਰ, ਮੇਰਾ ਆਖਰੀ ਸਵਾਲ ਇੱਕ, ਫਿਰ ਇਹਦਾ ਭਵਿੱਖ ਦੇ ਵਿੱਚ ਤੁਸੀਂ ਕਿਸ ਤਰੀਕੇ ਦੀ ਸਿਆਸਤ ਨੂੰ ਦੇਖਦੇ ਹੋ? ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਕੇਂਦਰ ਦੇ ਵਿੱਚ ਭਾਜਪਾ ਦਾ ਆਪਸੀ ਗੱਠਜੋੜ ਹੈ, ਔਰ ਅਕਾਲੀ ਦਲ ਹਮੇਸ਼ਾ ਦੁਬਿਧਾ ਦੇ ਵਿੱਚ ਰਹਿੰਦਾ, ਆ ਹੁਣ ਜਿਹੜਾ ਆਰਡੀਨੈਂਸ ਆਇਆ ਇਹਦੇ ਵਿੱਚ ਵੀ ਦੁਬਿਧਾ 'ਚ ਹੀ ਹੈ, ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਇਸ ਤਰੀਕੇ ਦੇ ਨਾਲ ਬਿਆਨ ਦੇਣਾ ਭਾਜਪਾ ਨੂੰ ਇੱਕ ਤਰੀਕੇ ਦੇ ਨਾਲ ਸਿੱਧੇ ਤੌਰ ਤੇ ਉਹਨਾਂ ਨੂੰ ਨਿਸ਼ਾਨਾ ਸਾਧਣਾ ਭਾਜਪਾ ਤੇ, ਕਿਵੇਂ ਸਿਆਸਤ ਕਿਵੇਂ ਦੀ ਰਹਿ ਸਕਦੀ ਹੈ ਆਉਣ ਵਾਲੀ? ਦੇਖੋ, ਅਕਾਲੀ ਦਲ ਤੇ ਦੁਬਿਧਾ ਦਲ ਹੈ। ਜੇ ਉਹ ਅਕਾਲੀ ਦਲ ਹੋਊਗਾ ਨਾ,
ਫਿਰ ਤੇ ਉਹ ਅਕਾਲ ਪੁਰਖ ਦੇ ਨਾਂ ਤੇ ਜੋ ਉਸ ਨੂੰ ਚੰਗਾ ਲੱਗਦਾ, ਅਕਾਲ ਪੁਰਖ ਨੂੰ, ਉਹਨੂੰ ਕੀ ਲੱਗਦਾ ਆ? ਉਹਨੂੰ ਕੁਦਰਤ ਚੰਗੀ ਲੱਗਦੀ, ਕੁਦਰਤ ਦੇ ਬੰਦੇ ਚੰਗੇ ਲੱਗਦੇ, ਪਿਆਰ ਸਹਿਚਾਰ, ਮਿਲ ਬੈਠਣਾ, ਵੰਡ ਕੇ ਛਕਣਾ, ਕਿਰਤ ਕਰਨੀ, ਕਿਰਤੀਆਂ ਦਾ ਆਦਰ ਕਰਨਾ, ਇਹ ਅਕਾਲ ਪੁਰਖ ਦੀ ਮਨਜ਼ੂਰੀ ਦੇ ਨਾਲ ਸਾਰਾ ਕੁਝ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ। ਉਹਦੇ ਤੇ ਇੱਕ ਨੇੜੇ ਤੇੜੇ ਵੀ ਨਹੀਂ ਹੈਗੇ, ਇਹ ਤੇ ਲੁੱਟਾਂ ਖੋਹਾਂ ਬਿਲਕੁਲ ਉਹਦੇ ਉਲਟ ਚੱਲ ਰਿਹਾ। ਔਰ ਉਲਟਾ ਸੱਤਾ ਲਈ ਇੰਨੀ ਦੁਬਦਾ ਲਗਾਤਾਰ ਪਿਛਲੇ 1 ਸਾਲ 'ਚ ਦੇਖਣ ਨੂੰ ਆਈ ਆ। ਇੱਥੇ ਕੁਛ ਬਿਆਨ, ਉੱਥੇ ਕੁਛ ਬਿਆਨ, ਅੱਧਾ ਇੱਧਰ ਨੂੰ ਅੱਧਾ ਉੱਧਰ ਨੂੰ, ਜਾਣੀ ਦੋਵਾਂ ਬੇੜੀਆਂ 'ਚ ਕੀ ਜਾਣੀ 10 ਬੇੜੀਆਂ 'ਚ ਪੈਰ ਰੱਖੇ ਹੋਏ ਆ। ਇਹਨਾਂ ਹਾਲਾਤਾਂ 'ਚ ਰਵੀ, ਇਹ ਇਸ ਵੇਲੇ ਅਕਾਲੀ ਦਲ ਦੁਬਦਾ ਦਲ ਬਣ ਚੁੱਕਾ ਆ, ਅਕਾਲੀ ਦਲ ਨਹੀਂ ਹੈ। ਇਸ ਦੁਬਦਾ ਦਲ ਨੂੰ ਦੁਬਾਰਾ ਅਕਾਲੀ ਦਲ ਬਣਾਉਣ ਲਈ ਜਿਹੜਾ ਪਹਿਲਾਂ ਸੀ, ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਨਾਅਰਾ ਮਾਰਿਆ, ਉੱਥੇ ਉਸ ਲੀਹਾਂ ਤੇ ਚਾੜਨ ਲਈ ਜ਼ਰੂਰੀ ਆ ਕਿ ਇਹ ਅੰਦਰੂਨੀ ਆਪਣਾ ਆਪਾ ਪੜਚੋਲ ਕਰਨ, ਰਾਜਨੀਤਿਕ ਪਹਿਲੂਆਂ ਦੀ ਵੀ ਔਰ ਸਟਰਕਚਰਲ ਜਿਹੜਾ ਪਾਰਟੀ ਦਾ ਢਾਂਚਾ ਹੁੰਦਾ ਉਹਨੂੰ ਕਿਵੇਂ ਕਮਜ਼ੋਰ ਕੀਤਾ ਗਿਆ ਉਸ ਦੀ ਵੀ। ਉਹਦੇ ਕਰਕੇ ਤੇ ਦੁਬਾਰਾ ਅਕਾਲੀ ਦਲ ਜਿਹੜਾ ਕਦੀ ਅੱਜ ਤੋਂ 50 ਸਾਲ ਪਹਿਲਾਂ ਸੀ ਉਸ ਦੇ ਲੀਹਾਂ ਤੇ ਚਾੜਨਗੇ ਤੇ ਤਾਂ ਬਚਾਇਆ, ਨਹੀਂ ਤੇ ਆਉਣ ਵਾਲੇ ਸਮੇਂ 'ਚ ਕੀ ਹੈ, ਲਾਕੜੀ ਤੁਰੇ ਫਿਰਨਗੇ ਥੱਲੇ। ਆ ਤੁਸੀਂ ਦੇਖ ਲਓ ਹੁਣ ਕਿਹੋ ਜਿਹਾ ਹਾਲਤ ਬਣੀ ਅਮਰੀਕਾ 'ਚ, ਜਦੋਂ ਲੋਕ ਉੱਠਦੇ ਫਿਰ ਰੁਕਦੇ ਨਹੀਂ, ਉਹ ਇੱਕ ਦੇਸ਼ 'ਚ ਨਹੀਂ ਪੂਰੀ ਦੁਨੀਆ 'ਚ ਪਹੁੰਚਦੇ ਆ। ਤੇ ਅੱਜ ਫੇਅਰ ਐਂਡ ਲਵਲੀ ਜਿਹੜਾ 50 ਸਾਲ ਪੁਰਾਣਾ ਉਹ ਜਿਹੜੀਆਂ ਕਾਸਮੈਟਿਕ ਕਰੀਮ ਦਾ ਬ੍ਰਾਂਡ ਸੀਗਾ, ਉਹਨੂੰ ਨਾਂ ਬਦਲਣਾ ਪੈ ਗਿਆ। ਇਹ ਦੇਖ ਲਓ, ਕਹਿੰਦੇ ਜੀ ਇਹਦੇ ਵਿੱਚ ਵੀ ਇੱਕ ਬਦਬੂ ਮਾਰਦੀ ਆ ਕਿਸੇ ਨਸਲ ਪ੍ਰਸਤੀ ਦੀ। ਫੇਅਰ ਦਾ ਮਤਲਬ ਕਿਸੇ ਚੀਜ਼ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ, ਅਸੀਂ ਇਹਦਾ ਨਾਂ ਬਦਲਾਂਗੇ। ਇੰਨੀ ਅੱਗ ਦੂਰ ਤੱਕ ਸੇਕ ਮਾਰਦੀ ਹੈ। ਇਸ ਕਰਕੇ ਜੇ ਪਾਰਟੀਆਂ ਨਹੀਂ ਸੁਧਰਨਗੀਆਂ ਤੇ ਚੜ ਜਾਣਗੀਆਂ, ਜਾ ਕੇ ਖੂਹ 'ਚ ਡਿੱਗ ਜਾਣਗੀਆਂ ਹੌਲੀ ਹੌਲੀ, ਲੋਕ ਥੱਲਿਓਂ ਫਿਰ ਕੋਈ ਨਵਾਂ ਕੁਛ ਕੱਢਣਗੇ। ਇਹ ਬਹੁਤ ਅਜੇ ਵੀ ਮੌਕਾ ਆ। ਘੱਟੋ ਘੱਟ ਸਾਡਾ ਰੀਜਨਲ ਪਾਰਟੀ ਅਕਾਲੀ ਦਲ ਦਾ, ਬਾਕੀ ਵੱਡੀਆਂ ਪਾਰਟੀਆਂ ਦਾ ਅਸੀਂ ਨਹੀਂ ਕਹਿੰਦੇ, ਕਿ ਉਹ ਆਪਣੇ ਆਪ ਨੂੰ ਦੁਬਾਰਾ ਉਸ ਰਸਤੇ 'ਤੇ ਲਿਆਉਣ ਜਿੱਥੋਂ ਇਹ ਓਰੀਜਨਲੀ ਚੱਲੇ ਸੀ। ਤਾਂ ਹੀ ਇਹ ਪੰਜਾਬ ਦੀ ਵੀ ਸੇਵਾ ਕਰ ਸਕਣਗੇ, ਪਾਰਟੀ ਨੂੰ ਵੀ ਬਚਾ ਸਕਣਗੇ। ਔਰ ਜਿਹੜੇ ਕਿਸੇ ਵੱਡੇ ਖਮਿਆਜੇ ਭੁਗਤਣੇ ਪੈਂਦੇ ਆ ਰਾਜਨੀਤਿਕ ਸੰਕਟ 'ਚੋਂ, ਇਹੋ ਜਿਹਾ ਜਦੋਂ ਸੰਕਟ ਪੈਦਾ ਹੁੰਦਾ, ਜਿਵੇਂ ਹੁਣ ਸਾਡਾ ਸੰਕਟ ਲੱਦਾਖ 'ਚ ਦੂਜੀ ਕਿਸਮ ਦਾ ਪੈਦਾ ਹੋਇਆ, ਇਹ ਅੰਦਰੂਨੀ ਵੀ ਹੋ ਸਕਦਾ, ਉਸ ਤੋਂ ਅਸੀਂ ਪੰਜਾਬ ਨੂੰ ਬਿਲਕੁਲ ਸੁਰਖਰੂ ਕਰਕੇ ਅੱਗੇ ਕੱਢ ਸਕਦੇ ਹਾਂ। ਇਹੀ ਮੇਰੇ ਅਕਾਲੀ ਦਲ ਬਾਰੇ ਸੋਚਣਾ ਹੈ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਾਡੇ ਨਾਲ ਸਨ ਪ੍ਰੋਫੈਸਰ ਮਨਜੀਤ ਸਿੰਘ, ਜਿਨ੍ਹਾਂ ਨੇ ਸਪਸ਼ਟ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਵੱਲੋਂ ਦਿੱਤਾ ਗਿਆ ਬਿਆਨ ਕਿ ਜਿਹੜਾ ਧਰਮ ਨਿਰਪੱਖ ਢਾਂਚਾ ਹੈਗਾ ਉਹਦੀ ਰਾਖੀ ਉਨੀ ਜ਼ਰੂਰੀ ਹੈ ਜਿੰਨੀ ਸਰਹੱਦਾਂ ਤੇ ਜ਼ਰੂਰੀ ਹੈ, ਕਿਉਂਕਿ ਉੱਥੇ ਵੀ ਖਤਰੇ ਨੇ, ਇੱਥੇ ਵੀ ਕਿਤੇ ਨਾ ਕਿਤੇ ਅੰਦਰੂਨੀ ਤੌਰ ਤੇ ਖਤਰਾ ਹੈ। ਤੇ ਇਹਦਾ ਜਿਹੜਾ ਬਿਆਨ ਹੈ, ਬਿਆਨ ਨੂੰ ਪ੍ਰੋਫੈਸਰ ਸਾਹਿਬ ਨੇ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਸ ਤਰੀਕੇ ਨਾਲ ਨਹੀਂ ਰੱਖੀ ਸੀ, ਜੋ ਕੁਝ ਸੋਚ ਕੇ ਨਹੀਂ ਰੱਖੀ ਸੀ, ਕਿਤੇ ਨਾ ਕਿਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਬਿਆਨ ਆ ਉਹਦੇ ਆਲੇ ਦੁਆਲੇ ਘੁੰਮਦਾ ਹੈ। ਇਹ ਹਿੱਤਾਂ ਦੀ ਰਾਖੀ ਦੇ ਨੇੜੇ ਤੇੜੇ ਦਾ ਬਿਆਨ ਹੈ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜਿਹੜੀ ਹੁਣ ਦੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਉਹਨੂੰ ਸਵੈ ਪੜਚੋਲ ਜ਼ਰੂਰ ਕਰਨੀ ਚਾਹੀਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੰਤਵ ਕੀ ਸੀ ਤੇ ਉਹਨਾਂ ਦਾ ਇਸ ਵੇਲੇ ਪੈਰ ਹੈ ਜਿਹੜਾ ਉਹ ਕਿਸ ਪਾਸੇ ਨੂੰ ਚੱਲਿਆ ਹੋਇਆ। ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਇਹ ਬਿਆਨ ਕਿਸ ਤਰੀਕੇ ਦੀ ਸਥਿਤੀ ਹੈ ਜਿਹੜੀ ਪੈਦਾ ਕਰਦਾ ਹੈ। ਕੈਮਰਾ ਪਰਸਨ ਕਮਲ ਦੇ ਨਾਲ ਰਵੀ ਸੰਗਰਾਹੁਰ, ਵਿਜ਼ਨ ਪੰਜਾਬ ਟੀਵੀ, ਚੰਡੀਗੜ੍ਹ। For more news updates and entertainment videos, please subscribe our channel. For all latest notification, don't forget to press the bell icon.